ਕਾਂਗਰਸ ਭਵਨ ਦੇ ਅੰਦਰ ਜਿਹੜੀ ਮੀਟਿੰਗ ਉਹ ਜਾਰੀ ਹੈ। ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ, ਚਰਨਜੀਤ ਚੰਨੀ ਵੀ ਪਹੁੰਚੇ ਆ, ਪ੍ਰਗਟ ਸਿੰਘ ਹੋਣੀ, ਕਾਕਾ ਰਣਦੀਪ ਤੇ ਜੇ ਕਰੀਏ ਤਾਂ ਹਰੀ ਚੌਧਰੀ ਖੁਦ ਜਿਹੜੇ ਇਸ ਮੀਟਿੰਗ ਨੂੰ ਸੰਬੋਧਨ ਕਰ ਰਹੇ ਹੋ ਪਹੁੰਚ ਚੁੱਕੇ ਸੀ। ਮੀਟਿੰਗ ਸ਼ੁਰੂ ਹੁੰਦੀ ਹੈ, ਥੋੜੀ ਦੇਰ ਦੇ ਵਿੱਚ ਜਿਹੜਾ ਚਰਨਜੀਤ ਚੰਨੀ ਇੱਥੋਂ ਬਿਲਕੁਲ ਹੀ ਮੀਡੀਆ ਦੂਰੀ ਬਣਾ ਕੇ ਬਾਹਰ ਨਿਕਲ ਜਾਂਦੇ ਨੇ। ਇੰਜ ਲੱਗ ਰਿਹਾ ਸੀ ਕਿ ਅੰਦਰ ਕਾਫੀ ਗਹਿਮੋ ਗਹਿਮੀ ਹੋਈ ਆ ਜਾਂ ਸਾਰੇ ਉਹਨਾਂ ਦੇ ਇਲਜ਼ਾਮਬਾਜ਼ੀਆਂ ਕੱਸ ਰਹੇ ਸੀ। ਖਾਸ ਕਰਕੇ ਜਿਵੇਂ ਗੁਰਪ੍ਰੀਤ ਜੀਪੀ ਵੱਲੋਂ ਇਲਜ਼ਾਮ ਲਾਏ ਜਾ ਰਹੇ ਸੀ ਕਿ ਚਰਨਜੀਤ ਚੰਨੀ ਨੂੰ ਪਾਰਟੀ ਚੋਂ ਬਾਹਰ ਕੱਢ ਦੇਣਾ ਚਾਹੀਦਾ। ਚਰਨਜੀਤ ਚੰਨੀ ਜੋ ਨੇ ਉਹ ਸਹੀ ਰੋਲ ਜਿਹੜੇ ਅਦਾ ਨਹੀਂ ਕੀਤਾ, ਉਹਨਾਂ ਕਰਕੇ ਵੱਡੀ ਹਾਰ ਹੋਈ ਹੈ। ਪਰ ਮੀਟਿੰਗ ਹਜੇ ਵੀ ਜਾਰੀ ਹੈਗੀ ਆ। ਮੀਟਿੰਗ ਤੋਂ ਬਾਅਦ ਦੇਖਦੇ ਹਾਂ ਵੀ ਕੀ ਜਿਹੜੇ ਦੋਸ਼ ਕਿਸਤੇ ਮੜੇ ਜਾਂਦੇ ਨੇ। ਪਰ ਫਿਲਹਾਲ ਚਰਨਜੀਤ ਚੰਨੀ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਸੀਗਾ। ਪਿੱਛੇ ਜਿਹੜਾ ਦੇਖ ਸਕਦੇ ਹੋ ਕਿ ਸਿਕਿਉਰਿਟੀ ਲੱਗੀ ਹੈ ਇਹਦੇ ਅੰਦਰ, ਪਿੱਛੇ ਇਹ ਮੀਟਿੰਗ ਜਿਹੜੀ ਉਹ ਚੱਲ ਰਹੀ ਹੈ। ਫਿਲਹਾਲ ਬਹੁਤ ਸਾਰੇ ਜਿਹੜੇ ਵਿਧਾਇਕ ਆ ਰਹੇ ਨੇ, ਆਪੋ ਆਪਣੀ ਹਾਜ਼ਰੀਆਂ ਲਵਾ ਕੇ ਇੱਥੋਂ ਕਈ ਨਿਕਲ ਵੀ ਰਹੇ ਨੇ, ਕਈ ਜਾ ਵੀ ਰਹੇ ਨੇ। ਚਰਨਜੀਤ ਚੰਨੀ ਜਿਸ ਸਪੀਡ ਨਾਲ ਬਾਹਰ ਨਿਕਲਦੇ ਨੇ, ਥੋੜਾ ਜਿਹਾ ਗਰੋਸ਼ ਨਜ਼ਰ ਆਉਂਦਾ, ਥੋੜਾ ਲੱਗਦਾ ਕਿ ਉਹਨਾਂ ਦੇ ਨਾਲ ਕੋਈ ਅੰਦਰ ਗਹਿਮੋ ਗਹਿਮੀ ਹੋਈ ਹੈ ਕਿਸੇ ਗੱਲ ਨੂੰ ਲੈ ਕੇ, ਤਾਂ ਉਹ ਇੱਥੋਂ ਇੱਕਦਮ ਜਿਹੜੇ ਨਿਕਲ ਕੇ ਚਲੇ ਗਏ ਨੇ। ਮੀਡੀਆ ਨਾਲ ਵੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ, ਕਾਫੀ ਨਿਰਾਸ਼ ਨਜ਼ਰ ਆ ਰਹੇ ਸੀ। ਪਰ ਨਵਜੋਤ ਸਿੰਘ ਸਿੱਧੂ ਹਜੇ ਵੀ ਅੰਦਰ ਨੇ। ਹਾਲਾਂਕਿ ਜਦੋਂ ਉਹ ਮੀਟਿੰਗ 'ਚ ਦੋਨੋਂ ਜਾਣੇ ਜਾਂਦੇ ਨੇ ਫਿਰ ਵੀ ਕੋਈ ਗੱਲਬਾਤ ਨਹੀਂ ਹੁੰਦੀ, ਪਰ ਜਿਹੜੇ ਥੱਲੜੇ ਵਿਧਾਇਕ ਨੇ ਉਹ ਸਾਰੀ ਗੱਲਬਾਤ ਕਰਦੇ ਨਜ਼ਰ ਆ ਜਾਂਦੇ ਨੇ। ਪਰ ਹੁਣ ਮੀਟਿੰਗ ਜਾਰੀ ਹੈ, ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਨਤੀਜੇ ਨਿਕਲਦੇ ਨੇ। ਚਰਨਜੀਤ ਚੰਨੀ ਜਾ ਚੁੱਕੇ ਨੇ, ਨਵਜੋਤ ਸਿੰਘ ਸਿੱਧੂ ਅੰਦਰੇ ਮੌਜੂਦ ਨੇ, ਜੀਪੀ ਹੋਣੀ ਨੇ ਜਿਹੜੇ ਉਹ ਇਲਜ਼ਾਮਬਾਜ਼ ਚਰਨਜੀਤ ਚੰਨੀ ਦੇ ਲਾਉਂਦੇ ਨਜ਼ਰ ਆ ਰਹੇ ਸੀ ਤੇ ਹੋਰ ਵੀ ਟਾਰਗੇਟ ਚਰਨਜੀਤ ਚੰਨੀ ਨੂੰ ਹੀ ਕਰ ਰਹੇ ਸੀ। ਮੀਟਿੰਗ ਤੋਂ ਬਾਅਦ ਅਸਲੀ ਰਿਜ਼ਲਟ ਦਾ ਪਤਾ ਲੱਗੇਗਾ। ਰਹੀਆਂ ਹਨਗੀਆਂ ਸਾਡੀ ਸਰਕਾਰ ਦੀ ਕਾਰਗੁਜ਼ਾਰੀ 'ਚ ਖਾਮੀਆਂ ਰਹੀਆਂ ਹਨਗੀਆਂ, ਔਰ ਬਕਾਇਦਾ ਸਾਡੇ ਜਿਹੜੇ ਵੱਖ-ਵੱਖ ਸੁਰ ਹਨਗੇ ਉਹਨਾਂ ਦੇ ਆਧਾਰ ਤੇ ਲੋਕਾਂ ਦੇ ਮਨਾਂ ਨੂੰ, ਭਾਵਨਾ ਨੂੰ ਠੇਸ ਪਹੁੰਚੀ ਹੈ, ਜਿਹਦੇ ਕਰਕੇ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ। ਬਿਲਕੁਲ ਐਸ ਕੋਈ ਦੋ ਰਾਏ ਨਹੀਂ, ਤਾਂ ਹੀ ਮੈਂ ਸਾਰਾ ਕੁਝ ਜ਼ਿਕਰ ਕੀਤਾ ਹੈ। ਕੱਲਾ ਇਨਡਿਸਪਲਿਨ ਨਹੀਂ, ਪਾਰਟੀਆਂ ਦੇ ਲੀਡਰਾਂ ਦੀ ਵੱਖਰੀ ਵੱਖਰੀ ਸੁਰਾਂ ਹਨਗੀਆਂ, ਉਹਦੇ ਕਰਕੇ ਪਾਰਟੀ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਅੱਜ ਵੀ ਜਿਹੜੀ ਸੁਰਾਂ ਹਨਗੀਆਂ ਉਹ ਵੱਖਰੀਆਂ ਵੱਖਰੀਆਂ ਬੋਲ ਰਹੀ। ਸੋ ਜੇ ਹੁਣ ਨਹੀਂ ਸਿਆਣੇ ਬਣਾਂਗੇ ਕਦ ਬਣਾਂਗੇ? ਅੱਜ ਕਿਉਂਕਿ ਜਿਹੜਾ ਪਾਰਟੀ ਦਾ ਇੱਕ ਰੁਤਬਾ ਸੀ, ਉਸ ਰੁਤਬੇ ਨੂੰ ਠੇਸ ਪਹੁੰਚੀ ਹੈ, ਨੁਕਸਾਨ ਹੋਇਆ। ਤਾਂ ਅੱਜ ਅਸੀਂ ਵਜੂਦ ਬਚਾਉਣਾ ਕਾਂਗਰਸ ਪਾਰਟੀ ਦਾ, ਤਾਂ ਸਾਡੇ ਸੁਰ ਵੀ ਸਾਡੇ ਇਕੱਠੇ ਹੋਣੇ ਪੈਣੇ ਆ। ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਜਿਹੜਾ ਫੈਸਲਾ ਸੀ ਉਹ ਗਲਤ ਸੀ? ਉਹ ਇਸਤੀਫਾ ਦੇਣਗੇ ਕਿਉਂਕਿ ਉਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ। ਜੋ ਪਾਰਟੀ ਮੈਨੂੰ ਪੁੱਛੇਗੀ, ਜਿੱਥੇ ਤੱਕ ਮੇਰਾ ਮਤਲਬ ਹੈ ਕਿਉਂ ਹਾਰਿਆ, ਉਹਦਾ ਮੈਂ ਜ਼ਰੂਰ ਆਪਣੇ ਤਹਿਤ ਆਪਣੇ ਵਿਚਾਰ ਰੱਖਾਂਗਾ। ਕਿਉਂਕਿ ਅੱਜ ਪਾਰਟੀ ਨੂੰ ਏਕਤਾ ਦਾ ਸਬੂਤ ਦੇਣ ਦੀ ਲੋੜ ਹੈ। ਵਰਕਰ ਦਾ ਮਨੋਬਲ ਟੁੱਟਿਆ ਹੋਇਆ ਹੈ, ਉਹ ਜੇ ਮਨੋਬਲ ਬਰਕਰਾਰ ਰੱਖਣਾ ਹੈ ਤਾਂ ਅੱਜ ਵੀ ਸੁਰ ਸਾਡੇ ਪਾਰਟੀ ਦੇ ਇੱਕ ਹੋਣੇ ਜ਼ਰੂਰੀ ਹੈ। ਪਹਿਲਾਂ ਵੀ ਸਾਰੇ ਵੱਖਰੇ ਵੱਖਰੇ ਸੁਰ ਸਿੰਘ, ਉਹਦੇ ਕਰਕੇ ਨੁਕਸਾਨ ਹੋਇਆ ਹੈ। ਅੱਜ ਵੀ ਅਸੀਂ ਜੇ ਵੱਖਰੇ ਵੱਖਰੇ ਸੁਰਾਂ ਤੇ ਗਾਹਾਂ ਨੂੰ ਆਪਾਂ ਉਮੀਦ ਨਹੀਂ ਰੱਖ ਸਕਦੇ। ਦੇਖੋ, ਇਹ ਮੇਰਾ ਮੁਤਾਬਿਕ ਕਾਂਗਰਸ ਦੇ ਜਿਹੜੇ ਆਪਣੀ ਆਵਾਜ਼ ਵੱਖਰੀ ਰਹੀ ਹੈ, ਉਹਦੇ ਆਧਾਰ ਤੇ ਆਪ ਨੂੰ ਬਹੁਮਤ ਮਿਲੀ ਹੈ। ਇਹ 2017 ਚ ਵੀ ਖਵਾ ਚੱਲੀ ਸੀ, ਉਦੋਂ ਕਿਤੇ ਨਾ ਕਿਤੇ ਗੁਟਕਾ ਸਾਹਿਬ ਚੱਕ ਕੇ ਸਹੁੰ ਸਕਦੀ ਲੋਕਾਂ ਨੇ, ਫਿਰ ਉਹਦੇ ਤਹਿਤ ਵਿਸ਼ਵਾਸ ਕਰ ਲਿਆ, ਉਹ ਭਾਵਨਾ ਨੂੰ ਠੇਸ ਪਹੁੰਚੀ, ਤਾਂ ਲੋਕਾਂ ਨੇ ਐਕਤੀ ਮੱਥ ਹੀ ਲਿੱਤਾ ਕਿ ਅਸੀਂ ਇਹਨੂੰ ਬਕਾਇਦਾ ਇੱਕ ਨਵੀਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਨਵੇਂ ਪਾਰਟੀ ਨੂੰ ਸੀ ਇੱਕ ਮੌਕਾ ਦੇਣਾ। ਕੈਪਟਨ ਸਾਹਿਬ ਨੂੰ ਬੁਲਾਉਣ ਦਾ ਜਿਹੜਾ ਫੈਸਲਾ ਸੀ ਸਹੀ ਹੈ ਜਾਂ ਗਲਤ ਸੀ? ਉਹ ਮੇਰਾ ਖਿਆਲ ਸੋਨੀਆ ਗਾਂਧੀ ਜੀ ਨੇ ਪਹਿਲਾਂ ਹੀ ਕਹਿਤਾ, ਅੱਗੇ ਲੇਟ ਹੋ ਗਏ ਸੀਗੇ, ਜਿਹਦੇ ਕਰਕੇ ਪਹਿਲਾਂ ਹੋਇਆ ਹੁੰਦਾ ਸ਼ਾਇਦ ਹੋਰ ਚੰਗਾ ਤੁਹਾਨੂੰ ਹਾਲਾਤ ਦੇਖਣ ਨੂੰ ਮਿਲਦੇ। ਜਿਸ ਤਰੀਕੇ ਨਾਲ ਆਪਸ ਦੇ ਵਿੱਚ ਗੁੱਟਬਾਜ਼ੀ ਹਮੇਸ਼ਾ ਹਾਵੀ ਰਹੀ ਹੈ ਚੋਣਾਂ ਦੇ ਦੌਰਾਨ, ਕਾਂਗਰਸ ਕੋਈ ਨਵੀਂ ਗੱਲ ਨਹੀਂ ਸੀ ਕਿ ਇਸ ਵਾਰ ਜ਼ਿਆਦਾ ਗੁੱਟਬਾਜ਼ੀ ਦੇਖਣ। ਐਕਟ ਇਨਡਿਸਪਲਿਨ ਦਾ ਵੀ ਤੁਹਾਨੂੰ ਨੁਕਸਾਨ ਪਹੁੰਚੇ। ਦੇਖੋ, ਜਿੱਥੇ ਆਪਣੇ ਪਰਿਵਾਰ ਦੇ ਮੈਂਬਰ ਹੀ ਖੜਨੇ ਸ਼ੁਰੂ ਹੋ ਜਾਣ, ਜਿੱਥੇ ਲੋਕਾਂ ਦੀ ਭਾਵਨਾ ਨੂੰ ਠੇਸ ਪਹੁੰਚੇ, ਜਦ ਲੋਕਾਂ 'ਚ ਇੱਕ ਬਦਲਾਵ ਦਾ ਰੂਪ ਆਉਂਦਾ, ਉਹ ਕਿਸ ਕਾਰਨ ਆਉਂਦਾ? ਜੇ ਰੁੱਖ ਵੱਖਰੇ ਹੋਣਗੇ, ਲੋਕ ਕਹਿਣਗੇ ਇੱਥੇ ਇਨਡਿਸਪਲਿਨ ਨਹੀਂ, ਆਪ ਹੀ ਏਕਤਾ ਦਾ ਸਬੂਤ ਨਹੀਂ ਦੇ ਸਕਦੇ, ਸਾਡੀ ਸਰਕਾਰ ਕੀ ਚਲਾਣਗੇ, ਉਹਦਾ ਨੁਕਸਾਨ ਪਾਰਟੀ ਨੂੰ ਪਹੁੰਚੇ। 111 ਦਿਨਾਂ ਦੇ ਵਰਕਿੰਗ ਦਾ ਜਿਹੜਾ ਦੇਰੀ ਸੀਗੀ, ਆਪਣੇ ਢੋਲ ਸੀਗੀ, ਉਹ ਢੋਲ ਲੋਕਾਂ ਨੂੰ ਸੁਣਾਈ ਨਹੀਂ ਦਿੱਤੇ, ਤੁਸੀਂ ਮੰਨਦੇ ਹੋ? ਬਿਲਕੁਲ ਮੈਂ ਸਹਿਮਤ ਹਾਂ। ਜਿੱਥੇ ਨੁਕਸਾਨ ਤਾਂ ਹੋਇਆ ਹੀ ਸਾਡਾ, ਮੈਂ ਹਰ ਪੱਖੋਂ ਸਾਡਾ ਨੁਕਸਾਨ ਹੋਇਆ। ਸੋ ਜੇ ਨੁਕਸਾਨ ਠੀਕ करना है तो पार्टी ਨੂੰ एकता भी रखनी जरूरी है। थैंक यू। देखो, मैं अभी मीटिंग में आया हूँ। देखो, ये पिछले 20-25 साल की करेक्शन है, पॉलिटिकल करेक्शन। इसको हम एक तरह नहीं देख सकते, और पंजाबी हमेशा ऐसा एक्ट करते हैं और उस एक्ट को हमें एक्सेप्ट करना चाहिए, और इस हार को एक्सेप्ट करके कलेक्टिव रिस्पॉन्सिबिलिटी लेके हमारे में कमियां पेशियां रही हैं, इसीलिए ही हम जो है जितनी सीटें आनी चाहिए वो नहीं आए। और मेरा ख्याल है कि इसको इंट्रोस्पेक्शन करके आगे टीम बनानी चाहिए, आगे बढ़ना चाहिए। ज़िंदगी कभी ख़त्म नहीं हो जाती। मैंने ज़िंदगी में बहुत सी हारें और जीतें देखी है, लेकिन पिछली बार जब मैं इलेक्शन लड़ा था, वो कहते थे लोग कि 1952 से कोई दूसरी बार छावनी से एमएलए नहीं जीता। इस बार कहते थे कि कोई एजुकेशन मिनिस्टर नहीं जीतता।
लेकिन वो रिकॉर्ड भी मैंने बीट किया है। ऐसी कोई बात नहीं, अगर दृढ़ता है, टीम ठीक है, हमसे गलतियां हुई है वो माननी चाहिए। लेकिन मैं सभी लीडर्स को ये जरूर कहूंगा कि हमें पब्लिक में ऐसी बातें नहीं करनी चाहिए। गलती सबकी है और सबकी गलती को मान के आगे बढ़ना चाहिए। और मैं तो हमेशा ये कहता हूं कि यार अगर मेरी गलती नहीं भी तो फिर भी मेरी गलती है। चीफ मिनिस्टर और जो चीफ अपने हैं प्रधान है, क्या उसमें कोऑर्डिनेशन नहीं था, ये मानते हैं आप? उसकी वजह से काफी यार गलतियां तो हुई हैं, गलतियां तो, लेकिन मैं ये आपको जरूर कहना चाहता हूं कि ये पिछले 20-25 साल की पॉलिटिकल करेक्शन है। ये पहली करेक्शन जो है वो जब सिमरनजीत सिंह मान 13 की 13 शायद सीटें जीते थे। हम उस टाइम शायद मैं इंडिया टीम में था और कुछ लोग ऐसे भी जीत गए थे जो जेल में बैठे थे। तो पंजाबी हमेशा ऐसी जो स्टेप्स लेता है। देखो ऐसी इंडिविजुअल गलतियां हुई हैं, हमें माननी चाहिए। क्योंकि अगर उनका भाई खड़ा था, उनको अगर कंट्रोल में नहीं था तो उनको कहना चाहिए था। ऐसे कुछ और भी गलतियां हुई हैं, मैं अकेले अकेले का नाम लूं तो ठीक नहीं है, लेकिन एज ए जनरल सेक्रेटरी ऑर्गेनाइजेशन मैं ये जिम्मेवारी लेता हूं कि हमसे गलतियां हुई हैं और हमें वो आगे आने वाले समय में सुधारनी चाहिए। मैंने किसी इंडिविजुअल पे मैं खुद कहता हूं कि हमसे गलतियां हुई हैं, हमें एक्सेप्ट करना चाहिए। ਸੁਰਜੀਤ ਸਿੰਘ ਧਮਾਨ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਜਦੋਂ ਤੱਕ ਗਾਂਧੀ ਪਰਿਵਾਰ ਦਾ ਹੱਥ ਕਾਂਗਰਸ ਤੇ ਰਹੇਗਾ ਇਹੀ ਹਾਲ ਹੁੰਦਾ ਰਹੂਗਾ। देखो वो उनका इंडिविजुअल थॉट प्रोसेस है। देखो इंडिविजुअल थॉट प्रोसेस है, कई बार ऐसी चीजें होती है, कई बार और सूबे में भी ऐसी बातें हुई है, लेकिन मैं समझता हूं कि हमें कलेक्टिवली इसकी रिस्पॉन्सिबिलिटी लेनी चाहिए और ऐसी चीजें पब्लिक में नहीं करनी चाहिए। मैं तो ये कहता हूं कि मेरी चाहे गलती नहीं भी है, लेकिन फिर भी कहता हूं कि यार गलती हुई है, एज ए टीम गलती हुई है, टीम को लेके आगे बढ़ने की जरूरत है। वो बहुत बुरी बात है, ऐसी बातें नहीं होनी चाहिए। गवर्नमेंट को लॉ एंड ऑर्डर पे बिल्कुल पूरा ध्यान देना चाहिए और ये हमें कलेक्टिवली, देखो पंजाब की जब बात आती है, स्पोर्ट्स की बात आती है, तो ऐसी चीजें अगर होती है तो पंजाब के लिए अच्छी बात नहीं। ਉਦੋਂ ਬਾਅਦ ਮੈਂ ਕਿਸੇ ਹੋਰ ਦੇ ਉੱਤੇ ਜਿਹੜਾ ਹੈਗਾ ਆ ਮੈਂ ਕੁਝ ਕਹਿ ਸਕਦਾ ਆ, ਪਰ ਜੋ ਕੁਝ ਕਹਿਣਾ ਹੈਗਾ ਆ ਮੈਂ ਮਰਿਆਦਾ ਦੇ ਵਿੱਚ ਜਥੇਬੰਦੀ ਦੇ ਵਿੱਚ ਹਮੇਸ਼ਾ ਰਹਿਣਾ ਆ। ਇਹ ਗੱਲ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਵੀ ਪਤਾ ਆ। ਤੁਸੀਂ ਹਜ਼ਾਰਾਂ ਸਵਾਲ ਮੈਨੂੰ ਕਰ ਲਓਗੇ ਮੇਰੀ ਜਥੇਬੰਦੀ ਦੇ ਖਿਲਾਫ, ਮੇਰੇ ਲੀਡਰਾਂ ਦੇ ਖਿਲਾਫ, ਮੇਰੇ ਕਿਸੇ ਤਰ੍ਹਾਂ ਦੇ ਉਹਦੇ ਖਿਲਾਫ, ਮੈਂ ਤੁਹਾਨੂੰ ਕੋਈ ਜਵਾਬ ਉਹਦੇ ਉੱਤੇ ਤੁਹਾਡੇ ਮਤਲਬ ਦਾ ਨਹੀਂ ਦਊਂਗਾ। ਉਹ ਮੈਂ ਆਪਣੇ ਅੰਤਰ ਮੰਥਨ ਦੇ ਵਿੱਚ ਹੀ ਗੱਲ ਕਰਾਂਗਾ ਔਰ ਉਹ ਗੱਲ ਤੁਹਾਡੇ ਕੋਲੇ ਬਾਹਰ ਨਹੀਂ ਆਊਗੀ। ਔਰ ਜਿਹੜਾ ਕੋਈ ਆ ਕੇ ਬਾਹਰ ਗੱਲ ਵੀ ਕਰੂਗਾ ਉਹਦੀ ਆਪਣੀ ਗੱਲ ਹੋਊਗੀ, ਮੈਂ ਕਿਸੇ ਨੂੰ ਰੋਕ ਨਹੀਂ ਸਕਦਾ। ਪਰ ਜਿਹੜਾ ਜਥੇਬੰਦੀ ਦੇ ਵਿੱਚ ਅੰਦਰ ਗੱਲ ਨਾ ਕਰੇ ਔਰ ਬਾਹਰ ਜਿਹੜਾ ਹੈਗਾ ਆ ਆਪਣਾ ਜਿਹੜਾ ਹੈਗਾ ਆ ਅਸੀਂ ਇੱਥੇ ਬੋਲੀ ਜਾਵਾਂਗੇ। ਤੁਹਾਡੀਆਂ ਰੋਜ਼ ਖਬਰਾਂ ਬੰਨੀਆਂ ਨੇ, ਤੁਸੀਂ ਮਸਾਲੇ ਵਾਲੀਆਂ ਖਬਰਾਂ ਦੇਣੀਆਂ ਨੇ ਰੋਜ਼, ਉਹ ਤੁਸੀਂ ਪਹਿਲਾਂ ਵੀ ਦਿੰਦੇ ਸੀ। ਸਰ ਖਬਰ ਚੱਲਣੀ ਹੈ ਨਾ, ਮਸਾਲਾ ਐਦਾਂ ਤਾਂ ਨਹੀਂ ਲੱਗਦਾ? ਮੈਂ ਕਹਿੰਦਾ ਮੈਂ ਤਾਂ ਤੁਹਾਨੂੰ ਮੈਂ ਕਹਿੰਦਾ ਚੰਨੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ। ਮੈਂ ਦੇਖੋ ਮੇਰੀ ਇੱਕ ਗੱਲ ਸੁਣੋ, ਤੁਸੀਂ ਲਾ ਰਹੇ ਹੋ ਜਾਂ ਮੀਡੀਆ? ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਕਿਹਾ ਵੀ ਜਿਹੜੀ ਖਬਰ ਤੁਹਾਨੂੰ ਕੁਲਜੀਤ ਨਾਗਰਾ ਤੋਂ ਚਾਹੀਦੀ ਹੈ ਉਹ ਅੰਦਰ ਹੀ ਮਿਲੂਗੀ। ਔਰ ਮੈਂ ਬੜਾ ਇਸ ਵਾਸਤੇ ਬਿਲਕੁਲ ਡਿਸਪਲਿਨ ਵਾਲਾ ਸਿਪਾਹੀ ਹਾਂ। ਮੈਂ ਤੁਹਾਨੂੰ ਇੱਕ ਸ਼ਬਦ ਕਿਹਾ ਆ ਕਿ ਕਮੀਆਂ ਰਹੀਆਂ ਨੇ ਤੇ ਜਿਹਦੇ ਕਰਕੇ ਸਾਨੂੰ ਲੋਕਾਂ ਨੇ ਐਡਾ ਵੱਡਾ ਸਾਡੇ ਖਿਲਾਫ ਫਤਵਾ ਦਿੱਤਾ ਆ, ਉਹਨੂੰ ਸਿਰ ਮੱਥੇ ਪਹਿਲਾਂ ਪ੍ਰਵਾਨ ਕਰੀਏ, ਆਪਣੇ ਤੇ ਲਾਈਏ। ਕੁਲਜੀਤ ਸਿੰਘ ਨਾਗਰਾ ਪਹਿਲਾਂ ਆਪਣੇ ਆਪ ਨੂੰ ਠੀਕ ਕਰੇ। ਸੁਨੀਲ ਜਾਖੜ ਦਾ ਹਿੰਦੂ ਕਾਡਰ ਨੂੰ ਲੈ ਕੇ ਬਿਆਨ ਚੱਲ ਰਿਹਾ। ਮੈਂ ਕਹਿੰਦਾ ਤੁਸੀਂ ਹਿੰਦੂ ਕਾਡਰ, ਐਸੀ ਕਾਡਰ, ਜੱਟ ਕਾਡਰ, ਕਿਹੜਾ ਕਾਡਰ ਪੁੱਛੋਗੇ ਉਹ ਸਾਰੇ ਕਾਡਰ ਅੰਦਰ ਡਿਸਕਸ ਹੋਣਗੇ। ठीक है सर, अंदर ਹੁਣ ਤੁਸੀਂ ਸਵਾਲ ਹੀ ਨਹੀਂ ਕਰਨਾ ਕੋਈ। मुझे लगता है ये हार का मंथन नहीं था, ये मंथन था कि एक नया सूरज आएगा और हर दिन के बाद रात होती है और रात के बाद एक नया सवेरा होता है और वो सुबह ज़रूर आएगी आने वाले समय में। जो अगर कुछ कमियां रह गई हैं पार्टी के साथ डिस्कस की हैं, आज आने वाले समय में वो कमियां पूरी करेंगे और फिर से वो सूरज उभर के आएगा।
मेरे को लगता है कहीं ना कहीं कुछ ना कुछ आपस में शायद हाई कमांड्स की थी, आपस में नई डिसीजन मेकिंग की थी, प्रॉब्लम शायद हो सकता है, लेकिन कहीं ना कहीं अभी मुझे लगता है जो वोटर्स थे वो चाहते थे कि बदलाव आए और वो वेव के साथ जो आज हुआ है, लेकिन समय दूर नहीं है, कांग्रेस पार्टी फिर से उभर के आएगी। धन्यवाद। बदलाव को देखा गया या फिर ये चीज भी देखी गई कि 2017 में जो वादे हुए थे वो अब तक पूरे नहीं हुए, क्या उसका भी खामियाजा भुगतना पड़ा? देखिए, बदलाव को तो ज़रूर देखा गया है, क्योंकि कई ऐसी जगहें हैं जहाँ पे जो कैंडिडेट्स ने कुछ वर्क ही नहीं किया, वो अपने घर से बाहर ही नहीं निकले, लेकिन उनको फिर भी वोट पड़ी, क्योंकि कहीं ना कहीं बदलाव को ही देख के जो वेव चली थी उसको वोट डल गई है। आपके सामने एग्जाम्पल है, मालविका सूद ने बहुत काम किए, पूरी दुनिया जानती है, और मालविका सूद आने वाले समय में जो काम है और स्पीड से करेगी, और इलेक्शन फिर से आएंगे और फिर से हम खड़े होंगे। पंजाब के लोग अगर बदलाव चाह रहे सी तो बदलाव की लोड़ क्यों पई? इस नहीं चिंतन नहीं होगी कांग्रेस पार्टी का दलित कार्ड नहीं चलेगा, सीनियर लीडर्स का एक साथ ना चलना ये भी बड़ा कारण मानती हैं आप कि पार्टी में एक ना होना भी बड़ा कारण मानती है? कहीं ना कहीं डिफरेंसेस डिसीजन में रहे हैं, उसके कारण थोड़ा सा प्रॉब्लम जरूर रही है, लेकिन कहते हैं कि ना, जब गलतियां इंसान करता है उसी गलतियों से सीखता है, और जो गलतियां की हैं उससे ज़रूर जो है सीख मिली है, और आने वाले समय में वो गलतियों को ठीक करेंगे और उभर के आएंगे। पार्टी में जो अंतर क्लेश चल रहे बिहार का क्या कारण मानती हैं? आपके साथ एक स्टार का भी नाम था और मैं आपको देखिए, मैं कहूँगी कि मेरे साथ मेरा भाई सोनू सूद था, दुनिया के लिए वो स्टार था, और मालविका सूद के लिए वो उसका भाई था, और दुनिया जानती है पूरी, आप देख सकते हैं कि दुनिया बहुत निराश है कि क्यों नहीं मालविका सूद जीत पाई, और कोई बात नहीं, जो काम है हमारा सूद परिवार का हम ऐसे ही करते रहेंगे, जो हमारी सेवा है ऐसी चलती रहेगी, समय फिर आएगा, नई कहते हैं कि नई सूरज फिर से आएगा अगले दिन। कांग्रेस पार्टी का इंटरनल क्लेश जो है, कांग्रेस का क्लेश जो है वो भी बीच में कोई बना मालविका जी, लगता है कितने कितने मेरे को लगता है एक ही आम आदमी पार्टी में रहेंगे, मालविका जी राजनीति में बने रहेंगे। बिल्कुल राजनीति में रहेंगे, तभी तो आने वाले समय में सेवा नीति आएगी। मालविका सूद राजनीति में इसीलिए आई है क्योंकि आने वाले समय हम सेवा नीति करेंगे, और मालविका सूद इतनी जल्दी मैदान नहीं छोड़ेगी, अभी तो मैदान में उतर गए हैं, और आने वाले समय में सब देखेंगे। बिल्कुल कांग्रेस में रहेंगे, क्यों नहीं रहेंगे, और काम ऐसे ही करते रहेंगे। आप सबका प्यार और विश्वास ऐसे ही बना रहे। थैंक यू। मैंने बोला ना, मैं व्यक्तिगत तौर पर सबसे मिला हूँ, सभी कैंडिडेट उम्मीदवारों से मैं मिलूंगा, ठीक है ना। ये हालात जो नीचे हुए हैं उसके कारण पता करूंगा, और जिम्मेवारी की बात जहाँ तक सवाल है, ये व्यक्तिगत तौर पर एज इंचार्ज मेरी जिम्मेवारी है, ठीक है। थैंक यू। आपको लगा कि जो राम नवजोत ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਨਜ਼ਰ ਆ ਰਹੇ ਨੇ। बड़ा घेरे जा रहे हो पिछड़ ਕਾਂਗਰਸ ਭਵਨ ਦੇ ਠੀਕ ਬਾਹਰ ਖੜੇ ਆ, ਵੱਖ-ਵੱਖ ਵਿਧਾਇਕਾਂ ਨਾਲ ਗੱਲਬਾਤ ਕੀਤੀ, ਪਰ ਨਵਜੋਤ ਸਿੰਘ ਸਿੱਧੂ ਨੇ ਚੁੱਪੀ ਧਾਰੀ ਰੱਖੀ। ਹਾਲਾਂਕਿ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਜਿਹੜੇ ਨੇ ਉਹ ਵੀ ਬਿਲਕੁਲ ਚੁੱਪ ਵੱਟ ਕੇ ਇੱਥੋਂ ਤੁਰੰਤ ਜਿਹੜਾ ਨਿਕਲ ਗਏ ਸੀ, ਬਚਦੇ ਨਜ਼ਰ ਆਏ ਮੀਡੀਆ ਤੋਂ। ਉਸੇ ਤਰੀਕੇ ਨਵਜੋਤ ਸਿੰਘ ਸਿੱਧੂ ਨੇ ਵੀ ਮੀਡੀਆ ਨੂੰ ਇਗਨੋਰ ਹੀ ਕੀਤਾ, ਪਿੱਛੇ ਕੀਤਾ ਕਿ ਕੋਈ ਗੱਲ ਨਹੀਂ ਕਰਨੀ। ਹਰੀਸ਼ ਚੌਧਰੀ ਸਿਰਫ ਇਹ ਕਹਿੰਦੇ ਨਜ਼ਰ ਆਏ ਕਿ ਅਜੇ ਮੀਟਿੰਗਾਂ ਜਾਰੀ ਰਹਿਣਗੀਆਂ, ਫਿਰ ਦੱਸਾਂਗੇ ਕਰਨਾ ਕੀ ਆ। ਜੇ ਗੱਲ ਕਰੀਏ ਚਰਨਜੀਤ ਚੰਨੀ ਹੋਣਾ ਨੂੰ, ਉਹਨੂੰ ਬਰਖਾਸਤ ਕਰਨ ਦੀ ਵੀ ਗੱਲ ਚੱਲ ਰਹੀ ਸੀ, ਮੈਂ ਜੀਪੀ ਕੇ ਗਏ ਸੀ ਕਿ ਉਹਨੂੰ ਪਾਰਟੀ ਤੋਂ ਬਾਹਰ ਕੱਢ ਦੇਣਾ ਚਾਹੀਦਾ, ਪਰ ਉਸ ਉੱਤੇ ਵੀ ਹਜੇ ਤੱਕ ਕੁਝ ਨਹੀਂ ਬੋਲੇ। ਜੇ ਕਰੇ ਹਰੀਸ਼ ਚੌਧਰੀ ਤੇ ਮੀਟਿੰਗ ਜਿਹੜੀ ਸਮਾਪਤ ਹੋ ਚੁੱਕੀ ਹੈ, ਸੋ ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਮੀਟਿੰਗ ਦਾ ਜਿਹੜਾ ਸਿਲਾ ਕੀ ਨਿਕਲਿਆ। ਜੇ ਗੱਲ ਕਰੀਏ ਤਾਂ ਮੀਟਿੰਗ ਦਾ ਜਿਹੜਾ ਅਸਲੀ ਮੰਥਨ ਸੀ ਉਹ ਕੀ ਪੂਰਾ ਹੋ ਪਾਇਆ ਕਿ ਨਹੀਂ, ਕਿ ਜਿਹੜਾ ਚਰਨਜੀਤ ਚੰਨੀ ਜਾਂ ਨਵਜੋਤ ਸਿੰਘ ਸਿੱਧੂ ਜਾਂ ਕੋਈ ਹੋਰ ਪਾਰਟੀ ਦਾ ਵਰਕਰ ਹੈ ਉਹ ਜ਼ਿੰਮੇਵਾਰੀ ਲੈ ਰਿਹਾ ਇਸ ਦੀ, ਕਿਉਂਕਿ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਹਾਰ ਦੀ, ਤੇ ਪਾਰਟੀ ਪ੍ਰਧਾਨ ਬਿਲਕੁਲ ਚੁੱਪ ਨੇ, ਕੁਝ ਵੀ ਕਹਿਣ ਤੋਂ ਜਿਹੜਾ ਇਨਕਾਰ ਕਰ ਰਹੇ ਨੇ। ਹਜੇ ਤੱਕ ਜਿਹੜਾ ਮੀਡੀਆ ਤੋਂ ਬਚ ਕੇ ਇੱਥੋਂ ਨਿਕਲ ਗਏ ਨੇ। ਫਿਰ ਹਾਲਾਂਕਿ ਅੱਗੇ ਹੋਰ ਪੈਂਡਿੰਗ ਪਾ ਗਏ ਨੇ ਫੈਸਲੇ ਨੂੰ ਕਿ ਜਲਦ ਦੱਸਾਂਗੇ ਕਿ ਕੀ ਕਰਨਾ ਆ, ਕੀ ਮੰਥਨ ਨਿਕਲ ਰਿਹਾ ਜਾਂ ਕੀ
ਕੋਈ ਦੋਸ਼ੀ ਹੈ ਜਾਂ ਫਿਰ ਸਾਰੀ ਪਾਰਟੀ ਦੋਸ਼ੀ ਹੈ, ਹਜੇ ਇਸ ਬਾਰੇ ਸਾਰੇ ਹੀ ਸਵਾਲ ਉੱਥੇ ਦੇ ਉੱਥੇ ਖੜੇ ਨੇ। ਫਿਲਹਾਲ ਕੁਝ ਕੁ ਵਿਧਾਇਕ ਜਿਹੜੇ ਚਰਨਜੀਤ ਚੰਨੀ ਨੂੰ ਘੇਰਦੇ ਨਜ਼ਰ ਆਏ ਤੇ ਕੁਝ ਕੇ ਇਹਨਾਂ ਤੋਂ ਬਚਦੇ ਨਜ਼ਰ ਆ ਰਹੇ ਸੀ। ਸੋ ਨਵਜੋਤ ਸਿੰਘ ਸਿੱਧੂ, ਹਰੀਸ਼ ਚੌਧਰੀ, ਚਰਨਜੀਤ ਚੰਨੀ, ਚਾਹੇ ਕੋਈ ਵੀ ਵਿਧਾਇਕ ਸੀ, ਇੱਥੋਂ ਸਾਰੇ ਹੀ ਨਿਕਲ ਚੁੱਕੇ ਨੇ ਤੇ ਇਸ ਭਵਨ ਦੇ ਵਿੱਚੋਂ ਹਜੇ ਤੱਕ ਕੋਈ ਹੋਰ ਅਪਡੇਟ ਨਹੀਂ ਮਿਲੀ ਹੈ ਕਿ ਕੌਣ ਜ਼ਿੰਮੇਵਾਰ ਹੈ। ਤੇ ਕੁਝ ਚਰਨਜੀਤ ਚੰਨੀ ਨੂੰ ਦੋਸ਼ੀ ਦੱਸ ਰਹੇ ਸੀ ਤੇ ਕੁਝ ਨਵਜੋਤ ਸਿੰਘ ਸਿੱਧੂ ਨੂੰ। ਹਾਲਾਂਕਿ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਅਸਤੀਫੇ ਦੇਣ ਦੇ ਉੱਤੇ ਵੀ ਚੁੱਪੀ ਹੀ ਬਣੀ ਰਹੀ ਹੈ। ਸੋ ਟੀਵੀ ਪੰਜਾਬ ਪਲ ਪਲ ਦੀ ਅਪਡੇਟ ਤੁਹਾਨੂੰ ਦੇ ਰਿਹਾ ਮੈਂ ਜਸਪ੍ਰੀਤ ਸਿੰਘ, ਕਾਂਗਰਸ ਭਵਨ ਚੰਡੀਗੜ੍ਹ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।